ਵੈਲਕਮ ਬੈਕ ਟੂ ਆਲ ਮਾਈ ਵਿਊਅਰਸ। ਅੱਜ ਮੈਂ ਇੱਕ ਹੋਰ ਇੰਟਰਸਟਿੰਗ ਜਿਹਾ ਲੈਸਨ ਲੈ ਕੇ ਆਇਆ ਹਾਂ ਕਲਾਸ 8 ਦੇ ਵਿੱਚੋਂ ਦੀ ਆ ਏਜਡ ਮਦਰ। ਕਲਾਸ 8th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬੜਾ ਹੀ ਇੰਟਰਸਟਿੰਗ ਚੈਪਟਰ ਆ ਅਤੇ CBSE ਦੀ 10th ਕਲਾਸ ਦੇ ਵਿੱਚ ਵੀ ਹੈ। ਇਹ ਚੈਪਟਰ ਬੇਸਡ ਹੈ ਇੱਕ ਬੁੱਢੀ ਮਾਤਾ ਦੇ ਉੱਤੇ, ਜਿਹੜੀ ਚੀਜ਼ ਇਹ ਦਰਸਾਉਂਦੀ ਆ ਵੀ ਸਾਡੇ ਜਿਹੜੇ ਮਦਰ ਨੇ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ। ਵੀ ਅਸੀਂ ਸਿਰਫ ਕੁਝ ਕੁ ਡੇਜ਼ ਮਨਾ ਲੈਂਦੇ ਹਾਂ, ਜਿਵੇਂ ਮਦਰਸ ਡੇ ਹੋ ਗਿਆ, ਅਤੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਆਪਣੇ ਮਦਰ ਨੂੰ ਡਿਵੋਰਸ ਦੇਤਾ ਅਤੇ ਉਹਨਾਂ ਦੇ ਲਈ ਅਸੀਂ ਬਹੁਤ ਕੁਛ ਕਰਤਾ। ਪਰ ਅਸਲ ਦੇ ਵਿੱਚ ਜਿਹੜੀ ਚੀਜ਼ ਆ ਉਹ ਇਹ ਆ ਕਿ ਮਦਰ ਸਾਡੇ ਲਈ ਬਹੁਤ ਕੁਛ ਕਰਦੇ ਨੇ, ਜਿਹੜਾ ਕਿ ਇਸ ਚੈਪਟਰ ਦੇ ਵਿੱਚ ਐਕਸਪਲੇਨ ਕੀਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਮਦਰ ਨੇ ਆਪਣੇ ਬੱਚੇ ਨੂੰ ਸਮਝਾਇਆ ਅਤੇ ਆਪਣੇ ਬੱਚੇ ਦੇ ਲਈ ਉਹ ਚਾਹੇ ਉਹ ਮਰਦੇ ਟਾਈਮ ਤੱਕ, ਜਦੋਂ ਉਹ ਮਰਨ ਦੇ ਕੰਢੇ ਵੀ ਸੀ ਤਾਂ ਵੀ ਉਹਨੇ ਆਪਣੇ ਬੱਚੇ ਦੀ ਹੈਲਪ ਕੀਤੀ। ਬਾਅਦ ਵਿੱਚ ਉਸ ਦੇ ਬੱਚੇ ਨੂੰ ਜਿਹੜਾ ਇਹ ਫੀਲ ਹੋਇਆ ਅਤੇ ਉਹਨੂੰ ਯਾਦ ਆਇਆ ਵੀ ਜਿਹੜੀ ਮੇਰੀ ਮਦਰ ਆ ਉਹ ਮੇਰੇ ਲਈ ਬਹੁਤ ਕੁਛ ਕਰ ਰਿਹਾ। ਅਤੇ ਕਿੱਦਾਂ ਇਹ ਸਟੋਰੀ ਜਿਹੜੀ ਆ ਇੱਕ ਟਵਿਸਟ ਕ੍ਰੀਏਟ ਕਰਦੀ ਆ ਅਤੇ ਕਿਸ ਤਰੀਕੇ ਨਾਲ ਇਹ ਸਟੋਰੀ ਜਿਹੜੀ ਆ ਸਾਨੂੰ ਕਿੱਡੀ ਵੱਡੀ ਸਿੱਖਿਆ ਦੇ ਕੇ ਜਾਂਦੀ ਹੈ, ਜਿਹੜੀ ਕਿ ਸਾਨੂੰ ਇਹ ਦੱਸਦੀ ਆ ਵੀ ਸਾਡੀ ਮਦਰ ਦੀ ਇੰਪੋਰਟੈਂਸ ਸਾਡੀ ਲਾਈਫ ਦੇ ਵਿੱਚ ਕਿੰਨੀ ਜ਼ਿਆਦਾ ਵਾ। ਮੈਂ ਸੁਰਿੰਦਰ ਕੁਮਾਰ ਤੁਹਾਡੇ ਨਾਲ ਇਹ ਸੈਸ਼ਨ ਜਿਹੜਾ ਵਾ ਉਹ ਸ਼ੇਅਰ ਕਰਨ ਜਾ ਰਿਹਾ ਹਾਂ। ਆਈ ਹੋਪ ਤੁਹਾਨੂੰ ਇਹ ਸੈਸ਼ਨ ਪਸੰਦ ਆਊਗਾ। ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਵੀ ਜਿਹੜੀਆਂ ਨੇ ਇਸੇ ਵਿੱਚ ਡੀਲ ਕਰਾਂਗੇ, ਅਤੇ ਤੁਸੀਂ ਇਸ ਵੀਡੀਓ ਦੇ ਰਿਗਾਰਡਿੰਗ ਮੈਨੂੰ ਰਿਵਿਊ ਵੀ ਦੇਣਾ, ਕਿਉਂਕਿ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਕਮੈਂਟ ਕਰਨਾ ਅਤੇ ਮੈਨੂੰ ਦੱਸਣਾ ਵੀ ਇਹ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ। ਸਟਾਰਟ ਕਰਦੇ ਹਾਂ। ਦੇਖੋ ਇਹ ਸਟੋਰੀ ਸਟਾਰਟ ਹੁੰਦੀ ਆ ਇੱਕ ਜਾਪਾਨ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ, ਜਾਂ ਤੁਸੀਂ ਕਹਿ ਦਿਓ ਇੱਕ ਵਿਲੇਜ ਤੋਂ, ਜਿੱਥੇ ਜਿਵੇਂ ਆਹ ਸਟੋਰੀ ਦੇ ਵਿੱਚ ਦਿਖਾਇਆ ਗਿਆ ਵੀ ਇੱਕ ਬੱਚਾ ਜਿਹੜਾ ਵਾ ਆਪਣੀ ਮਦਰ ਨੂੰ ਕੈਰੀ ਕਰਦਾ ਵਾ। ਇਹ ਪੂਰੀ ਜਿਹੜੀ ਸਟੋਰੀ ਆ ਇੱਕ ਮਦਰ ਦੇ ਉੱਤੇ ਬੇਸਡ ਹੈ, ਜਿਹੜੀ ਕਿ ਤੁਹਾਨੂੰ ਇੱਥੇ ਪਿਕਚਰ ਦੇ ਵਿੱਚ ਵੀ ਦਿਖ ਰਹੀ ਹੋਏਗੀ। ਦੇਖੋ ਸਟਾਰਟ ਕਰਨਾ ਵਾ ਸਟੋਰੀ ਨੂੰ, ਲਾਈਨ ਟੂ ਲਾਈਨ ਟਰਾਂਸਲੇਟ ਕਰਾਂਗੇ ਤਾਂ ਜੋ ਕਿ ਆ ਪੂਰੀ ਡੀਪਲੀ ਇਸ ਸਟੋਰੀ ਦੀ ਫੀਲਿੰਗ ਨੂੰ ਸਮਝ ਸਕੀਏ। ਸਟਾਰਟ ਕਰਦੇ ਹਾਂ। ਦੇਖੋ, long ago there is the province in ਜਾਪਾਨ ਕਾਲਡ ਸ਼ਾਈਨਿੰਗ। ਵੀ ਇੱਕ ਛੋਟਾ ਜਿਹਾ ਰਾਜ ਸੀਗਾ ਜਿਹੜਾ ਕਿ ਇੱਕ ਜਾਪਾਨ ਦੇ ਵਿੱਚ ਬਿਲੋਂਗ ਕਰਦਾ ਸੀ। ਕਾਫੀ ਲੰਬੇ ਸਮੇਂ ਦੀ ਗੱਲ ਆ, ਜਿਹਨੂੰ ਕਿ ਸ਼ਾਈਨਿੰਗ ਕਿਹਾ ਜਾਂਦਾ ਸੀ। ਇਟ ਵਾਜ਼ ਗਵਰਨਡ ਬਾਈ ਟੂ ਦੀ ਡਿਸਪੋਟਿਕ ਲੀਡਰ। ਕਹਿੰਦੇ ਇਹਨੂੰ ਇੱਕ ਤਾਨਾਸ਼ਾਹ ਕਹਿ ਸਕਦੇ ਹਾਂ, ਵੀ ਇੱਕ ਤਾਨਾਸ਼ਾਹ ਬੰਦੇ ਦੁਆਰਾ ਇਹ ਜਿਹੜਾ ਸੀ ਇਹਨੂੰ ਲੀਡ ਕੀਤਾ ਜਾ ਰਿਹਾ ਸੀ, ਜਾਂ ਉਹਦਾ ਮਾਲਕ ਸੀ। He was a good warrior, but he did not a great dislikes for anything suggestive of the failing health and strength। ਕਹਿੰਦੇ ਉਹ ਇੱਕ ਬਹੁਤ ਚੰਗਾ ਜਿਹੜਾ ਸੀ ਲੜਾਕੂ ਸੀਗਾ, ਜਾਂ ਕਹਿ ਦਿਓ ਵੀ ਇੱਕ ਵਧੀਆ ਰਾਜਾ ਸੀਗਾ, ਬਟ ਉਹ ਇੱਕ ਚੀਜ਼ ਨੂੰ ਹਮੇਸ਼ਾ ਡਿਸਲਾਈਕ ਕਰਦਾ ਸੀ। ਜੇਕਰ ਕੋਈ ਉਹਨਾਂ ਨੂੰ ਸੁਜੈਸ਼ਨ ਦਿੰਦਾ ਸੀ, ਜਾਂ ਕੋਈ ਵੀ ਇੱਕ ਸੁਜੈਸ਼ਨ ਜਾਂ ਇੱਕ ਸੁਝਾਅ ਦੇਣ ਵਾਲਾ ਹੁੰਦਾ ਸੀ ਜਿਹੜਾ ਹੈਲਥ ਅਤੇ ਸਟਰੈਂਥ ਦੇ ਰਿਗਾਰਡਿੰਗ ਹੁੰਦਾ ਸੀ, ਹੀ ਪ੍ਰੋਮੋਟ ਹਿਮ ਲਾਈਕ ਅ ਕਰੂਅਲ ਲਾਅ ਫॉर ਹਿਸ ਪ੍ਰੈਫਰੈਂਸ ਸੀ। ਉਹਨੇ ਇੱਕ ਆਪਣੇ ਪੂਰੇ ਰਾਜ ਦੇ ਵਿੱਚ ਇੱਕ ਜ਼ਾਲਿਮ ਜਿਹਾ ਜਿਹੜਾ ਇੱਕ ਕਾਨੂੰਨ ਸੀਗਾ ਉਹ ਬਣਾਇਆ ਹੋਇਆ ਸੀ, ਜਿਹੜਾ ਪੂਰੀ ਉਹਦੀ ਟੈਰੀਟਰੀ ਦੇ ਵਿੱਚ, ਜਾਂ ਤੁਸੀਂ ਕਹਿ ਦਿਓ ਪੂਰੇ ਰਾਜ ਦੇ ਉੱਤੇ ਲੱਗਦਾ ਸੀ। The entire province was given to the strict order to immediately put all the aged people to their death। ਕਹਿੰਦੇ ਉਹਦੇ ਵਿੱਚ ਪ੍ਰੋਫੈਂਸੀ ਦੇ ਵਿੱਚ ਲਿਖਿਆ ਹੋਇਆ ਸੀ ਵੀ ਜਿਹੜੇ ਵੀ ਮੇਰੇ ਰਾਜ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਮੈਂ ਸਟ੍ਰਿਕਟਲੀ ਆਰਡਰ ਦਿੰਦਾ ਵੀ ਜਿਹੜੇ ਵੀ ਬੁੱਢੇ ਲੋਕ ਨੇ ਜਿਨ੍ਹਾਂ ਦੀ ਏਜ ਕਾਫੀ ਜ਼ਿਆਦਾ ਹੋ ਚੁੱਕੀ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ। ਉਸ ਤੋਂ ਬਾਅਦ ਹੈ ਦੋਜ਼ ਵਰ ਟੂ ਦੀ ਬਾਰਬਰੇਜ ਡੇਜ਼ ਐਂਡ ਦੀਆਂ ਕਸਟਮਸ ਆਫ ਟੂ ਦੀਆਂ ਅਮੰਡਿੰਗ ਓਲਡ ਪੀਪਲ ਟੂ ਡਾਈ ਵਾਜ਼ ਨਾਟ ਟੂ ਦੀਆਂ ਅਨਕਾਮਨ। ਕਹਿੰਦੇ ਇਹ ਇਮੀਡੀਏਟਲੀ ਜਦੋਂ ਇਹ ਚੀਜ਼ ਫੈਲੀ ਲੋਕਾਂ ਦੇ ਵਿੱਚ, ਤਾਂ ਇਹ ਜਿਹੜੇ ਬਾਰਬਰੇਜਸ ਡੇਜ਼ ਦਾ ਮਤਲਬ ਹੁੰਦਾ ਵੈਸ਼ੀ ਦਿਨ ਸੀਗੇ, ਜਦੋਂ ਕੀ ਸੀ ਇਹ ਚੀਜ਼ ਅਨਾਊਂਸ ਕੀਤੀ ਗਈ ਵੀ ਜਿਹੜੇ ਲੋਕ ਨੇ ਜਿਹੜੇ ਬੁੱਢੇ ਹੋ ਚੁੱਕੇ ਨੇ ਉਹਨਾਂ ਨੂੰ ਛੱਡਣਾ ਪਊਗਾ ਜਾਂ ਉਹਨਾਂ ਨੂੰ ਮਾਰਨਾ ਪਊਗਾ। ਇਹ ਜ਼ਿਆਦਾ ਅਨਕਾਮਨ ਜੀ ਗੱਲ ਨਹੀਂ ਸੀਗੀ ਉੱਥੇ, ਤਾਂ ਉਹਨਾਂ ਨੂੰ ਹਮੇਸ਼ਾ ਮਾਰਿਆ ਹੀ ਜਾਂਦਾ ਹੁੰਦਾ ਸੀ। ਨੈਕਸਟ ਹੈ ਇਨ ਦੀ ਸੇਮ ਪ੍ਰੋਫਰੈਂਸੀ ਲੀਵਡ ਅ ਪੂਅਰ ਫਾਰਮਰ ਐਂਡ ਹਿਜ਼ ਏਜਡ ਵਿੰਡੋ ਮਦਰ ਐਟ ਟੂ ਦੀ ਫੁੱਟ ਆਫ ਟੂ ਦੀ ਮਾਊਂਟੇਨਸ। ਕਹਿੰਦੇ ਵੀ ਉੱਥੇ ਹੀ ਇੱਕ ਰਾਜ ਦੇ ਵਿੱਚ ਇੱਕ ਛੋਟਾ ਜਿਹਾ ਗਰੀਬ ਕਿਸਾਨ ਸੀ, ਅਤੇ ਉਹ ਆਪਣੀ ਇੱਕ ਬੁੱਢੀ ਵਿਧਵਾ ਮਾਂ ਦੇ ਨਾਲ ਉੱਥੇ ਇੱਕ ਪਹਾੜੀ ਦੇ ਪੈਰਾਂ ਦੇ ਵਿੱਚ ਰਹਿੰਦਾ ਸੀ। ਦੇ ਓਨਰ ਟੂ ਬਿਟ ਆਫ ਲੈਂਡ ਵਿਚ ਵਾਜ਼ ਦੀ ਸਪਲਾਈਡ ਦੈਮ ਵਿਦ ਦੀ ਫੂਡ। ਕਹਿੰਦੇ ਉਹਦੇ ਕੋਲ ਸਿਰਫ ਥੋੜ੍ਹੀ ਜਿਹੀ ਜਗ੍ਹਾ ਸੀ ਜਿੱਥੇ ਉਹਨੂੰ ਕੀ ਸੀ ਆਪਣੇ ਖਾਣ ਦੇ ਲਈ ਭੋਜਨ ਮਿਲ ਜਾਂਦਾ ਸੀ। ਦੇਅਰ ਵਾਜ਼ ਦੀ ਹੰਬਲ ਪੀਸਫੁਲ ਐਂਡ ਹੈਪੀ। ਕਹਿੰਦੇ ਉਹ ਬਹੁਤ ਜ਼ਿਆਦਾ ਦਿਆਲੂ, ਸ਼ਾਂਤਮਈ ਅਤੇ ਖੁਸ਼ਨੁਮਾ ਸੀ। ਦੀ ਪੂਅਰ ਫਾਰਮਰ ਲਵਡ ਹਿਜ਼ ਮਦਰ ਐਂਡ ਡੀਲਡ ਵਿਦ ਦੀ ਹਰ ਵੈਰੀ ਟੈਂਡੈਂਟਲੀ। ਕਹਿੰਦੇ ਉਹ ਆਪਣੀ ਮਾਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਅਤੇ ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਰੱਖਦਾ ਸੀ। ਦੀ ਆਰਡਰ ਬਾਏ ਦੀ ਡਿਸਪੋਟ ਫਿਲਡ ਹਿਜ਼। ਕਹਿੰਦੇ ਜਿਹੜਾ ਉਹ ਆਰਡਰ ਤਾਨੇਸ਼ਾਹ ਨੇ ਦਿੱਤਾ ਸੀਗਾ ਉਹਦੇ ਲਈ ਇੱਕ ਬਹੁਤ ਜ਼ਿਆਦਾ ਦੁਖਨੁਮਾ ਸੀ, ਜਿਹੜਾ ਕਿ ਉਹਦਾ ਦਿਲ ਜਿਹੜਾ ਸੀ ਦੁੱਖ ਨਾਲ ਭਰ ਗਿਆ ਸੀ। ਆਹ ਦਿਖਾਈ ਗਿਆ ਉਹਦੀ ਪ੍ਰੈਫਰੈਂਸ ਸੀ, ਜਾਂ ਉਹ ਆਰਡਰ ਜਿਹੜਾ ਬੰਦਾ ਰਹਿੰਦਾ ਸੀ ਰਾਜ ਦਾ। Other people did not think twice about obeying the order of the governor, but
The farmer was very unhappy। ਕੋਈ ਵੀ ਬੰਦਾ ਜਿਹੜਾ ਸੀ ਉਹਨੇ ਦੁਬਾਰਾ ਨਹੀਂ ਸੋਚਿਆ ਵੀ ਉਹ ਉਹਦੇ ਆਰਡਰ ਨੂੰ ਮੰਨੇਗਾ ਕਿ ਜਿਹੜਾ ਗਵਰਨਰ ਨੇ ਦਿੱਤਾ ਸੀ ਕਿ ਨਹੀਂ, ਬਟ ਫਾਰਮਰ ਜਿਹੜਾ ਸੀ ਇਸ ਤੋਂ ਬਹੁਤ ਜ਼ਿਆਦਾ ਦੁਖੀ ਸੀ। However, he had to obey the order, so the farmer prepared for what at the time was considered to kindest way of the death। ਕਹਿੰਦੇ ਹੁਣ ਜਿਹੜਾ ਉਹ ਵੀ ਕਿਸਾਨ ਸੀ ਉਹਨੂੰ ਵੀ ਉਹਦੀ ਉਹ ਗੱਲ ਮੰਨਣੀ ਪੈਣੀ ਸੀ, ਤਾਂ ਕਰਕੇ ਉਹ ਆਪਣੇ ਆਪ ਨੂੰ ਪ੍ਰਪੇਅਰ ਕਰ ਰਿਹਾ ਸੀ ਵੀ ਉਹ ਕਿਸ ਤਰੀਕੇ ਨਾਲ ਆਪਣੀ ਮਾਤਾ ਨੂੰ ਇੱਕ ਵਧੀਆ ਮੌਤ ਦੇ ਸਕਦਾ ਵਾ ਕਿਸੇ ਰਸਤੇ ਦੇ ਨਾਲ। ਜਸਟ ਐਟ ਸਨਸੈਟ ਵੈਨ his day work and he took some of to the unbrightened rice which was the main food of the poor and cooked it and dried it and tie in the cloth which was to the swung in the bundle around his neck along his pot filled with the coal water। ਕਹਿੰਦੇ ਵੀ ਹੁਣ ਜਿਹੜਾ ਦਿਨ ਸੀਗਾ ਉਹ ਛੁਪਣ ਵਾਲਾ ਸੀ, ਉਹਦੇ ਦਿਨ ਦੇ ਸਾਰੇ ਕੰਮ ਹੋ ਚੁੱਕੇ ਸੀਗੇ, ਤਾਂ ਉਹਨੇ ਆਪਣੇ ਨਾਲ ਇੱਕ ਜਿਹੜੇ ਰਾਈਸ ਲੈ ਲਏ ਸੀ ਜਿਹੜੇ ਹਲੇ ਜ਼ਿਆਦਾ ਪੋਲਿਸ਼ ਨਹੀਂ ਕੀਤੇ ਹੁੰਦੇ, ਜਾਣੀ ਕਿ ਚਮਕਦਾਰ ਨਹੀਂ ਸੀਗੇ, ਅਤੇ ਉਹ ਜਿਹੜਾ ਮੇਨ ਫੂਡ ਸੀਗਾ ਉਸ ਗਰੀਬ ਲੋਕਾਂ ਦਾ ਜਿਹਨੂੰ ਉਹ ਪਕਾਉਂਦੇ ਸੀਗੇ, ਅਤੇ ਉਹਨੂੰ ਕੀ ਸੀਗਾ ਡਰਾਈ ਰੱਖਦੇ ਸੀ, ਅਤੇ ਉਹਨੇ ਆਪਣੇ ਕਲੋਥ ਦੇ ਨਾਲ ਬੰਨ੍ਹ ਲਿਆ, ਜਿਹੜੀ ਕਿ ਉਹਨੇ ਇੱਕ ਬੰਡਲ ਬੰਨੀ ਹੋਈ ਸੀ, ਇੱਕ ਆਪਣੇ ਲੱਕ ਦੇ ਨਾਲ ਇੱਕ ਕੱਪੜਾ ਜਿਹਾ ਬੰਨਿਆ ਹੋਇਆ ਸੀ ਜਿਹਦੇ ਨਾਲ ਉਹਨੇ ਇੱਕ ਠੰਡਾ ਪਾਣੀ ਵੀ ਪਾਇਆ ਹੋਇਆ ਸੀ। ਦੈਨ ਹੀ ਲਿਫਟਡ ਹਿਜ਼ ਹੈਲਪਲੈਸ old mother on his back and started to the painful journey up to the mountain। ਕਹਿੰਦੇ ਹੁਣ ਉਹਨੇ ਆਪਣੀ ਮਾਂ ਜਿਹੜੀ ਕਿ ਹੈਲਪਲੈਸ ਸੀਗੀ, ਜਿਹਨੂੰ ਉਹ ਕੋਈ ਵੀ ਸਹਾਇਤਾ ਨਹੀਂ ਦੇ ਸਕਦਾ ਸੀ, ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੱਕਦਾ, ਆਪਣੇ ਪਿੱਠ ਦੇ ਉੱਤੇ ਚੱਕਦਾ ਵਾ, ਅਤੇ ਆਪਣੀ ਇੱਕ ਉਹ ਦਰਦਨੁਮਾ ਜਿਹੜੀ ਜਰਨੀ ਆ ਉਹ ਪਹਾੜੀ ਵੱਲ ਨੂੰ ਸਟਾਰਟ ਕਰ ਦਿੰਦਾ। ਦੀ ਰੋਡ ਵਾਜ਼ ਵੈਰੀ ਲੌਂਗ ਐਂਡ ਸਟਿਫ। ਕਹਿੰਦੇ ਜਿਹੜਾ ਉਹ ਰੋਡ ਸੀਗਾ ਉਹ ਕਾਫੀ ਲੰਬਾ ਸੀਗਾ ਅਤੇ ਕਾਫੀ ਜ਼ਿਆਦਾ ਖੜਮਾ ਜਿਹਾ ਰੋਡ ਸੀਗਾ। The narrow road was crossed and recrossed by the some many paths made by the hunter and woodcutter। ਕਹਿੰਦੇ ਉਹ ਜਿਹੜਾ ਰੋਡ ਸੀਗਾ ਜਿਹੜਾ ਉਹ ਬਹੁਤ ਜ਼ਿਆਦਾ ਛੋਟਾ ਸੀਗਾ, ਤੰਗ ਜਿਹਾ ਸੀਗਾ, ਅਤੇ ਉਹਨੂੰ ਬਹੁਤ ਜ਼ਿਆਦਾ ਕੱਟ ਕੇ ਜਿਹੜਾ ਰਸਤਾ ਬਣਾਇਆ ਗਿਆ ਸੀ ਸ਼ਿਕਾਰੀਆਂ ਦੁਆਰਾ ਅਤੇ ਲੱਕੜਹਾਰਿਆਂ ਦੁਆਰਾ। ਐਟ some places there got lost and confused, but he did not think about he was about to the abandon of his dear mother, so it did not to the matter which path he took to the reach to the mountain tops। ਕਹਿੰਦੇ ਵੀ ਹੁਣ ਉਹ ਕੀ ਸੀ, ਬਹੁਤ ਸਾਰੇ ਰਸਤਿਆਂ ਦੇ ਵਿੱਚ ਉਹ ਆਪਣੇ ਆਪ ਨੂੰ ਸੋਚਦਾ ਸੀ ਮੈਂ ਖੋ ਗਿਆ, ਅਤੇ ਕਨਫਿਊਜ਼ਡ ਹੋ ਜਾਂਦਾ ਸੀ ਅਤੇ ਸੋਚਦਾ ਰਹਿੰਦਾ ਹੁੰਦਾ ਸੀ ਵੀ ਮੈਂ ਕਿੱਥੇ ਪਹੁੰਚ ਗਿਆ। ਬਟ ਹੁਣ ਉਹ ਆਪਣੀ ਮਦਰ ਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਇਹ ਉਹਦੇ ਲਈ ਮੈਟਰ ਨਹੀਂ ਸੀਗਾ ਵੀ ਉਹ ਕਿਹੜਾ ਰਸਤਾ ਚੂਜ਼ ਕਰਦਾ ਵਾ ਪਹਾੜੀ ਦੇ ਉੱਤੇ ਚੜ੍ਹਨ ਨੂੰ। ਔਨ ਹੀ ਵੈਂਟ ਕਲਾਈਮਿੰਗ ਬਲਾਈਂਡਲੀ ਅਪਵਰਡ ਐਵਰ ਵਟ upward towards to the high bare summits known as to the Samama to the mountain where the aged people was wanted। ਕਹਿੰਦੇ ਹੁਣ ਜਿਹੜਾ ਸੀਗਾ ਉਹ ਇੱਕ ਪਹਾੜੀ ਦੇ ਟੌਪ ਦੇ ਵੱਲ ਨੂੰ ਅੱਖਾਂ ਬੰਦ ਕਰਕੇ ਜਿਵੇਂ ਕਹਿ ਦਿਓ ਵੀ ਅੰਨ੍ਹੇਵਾਹ ਜਿਹੜਾ ਸੀ ਉਹ ਚੜ੍ਹਦਾ ਜਾ ਰਿਹਾ ਸੀ, ਉੱਪਰ ਵੱਲ ਨੂੰ ਜਾ ਰਿਹਾ ਸੀ, ਜਿੱਥੇ ਇੱਕ ਸਮਿਟ ਚੱਲ ਰਿਹਾ ਸੀਗਾ ਜਿਹੜਾ ਕਿ ਕੀ ਸੀਗਾ ਓਲਡ ਪੀਪਲਾਂ ਨੂੰ ਕਿਸ ਤਰੀਕੇ ਨਾਲ ਛੱਡਣਾ ਵਾ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਡੈਥ ਦੇ ਰਸਤੇ ਪਹੁੰਚਾਉਣਾ ਵਾ, ਉਹਦੇ ਬਾਰੇ ਚੱਲ ਰਿਹਾ ਸੀ। ਦੀ ਆਈਜ਼ ਆਫ ਦੀ ਓਲਡ ਮਦਰ ਵਾਜ਼ ਨਾਟ ਸੋ ਡਿਮ that could not to be a notice to the reckless hesitating from one path to another and her loving heart growing anxious। ਕਹਿੰਦੇ ਵੀ ਹੁਣ ਜਿਹੜੀ ਉਹਦੀ ਮਦਰ ਸੀਗੀ ਜਿਹੜੀ ਕਿ ਉਹਦੀਆਂ ਅੱਖਾਂ ਜਿਹੜੀਆਂ ਇੰਨੀ ਜ਼ਿਆਦਾ ਡਿਮ ਨਹੀਂ ਹੋਈਆਂ ਸੀ, ਅਤੇ ਉਹ ਸਾਰੀਆਂ ਚੀਜ਼ਾਂ ਦੇਖ ਰਹੀ ਸੀ ਵੀ ਕਿਸ ਤਰੀਕੇ ਨਾਲ ਉਹਦਾ ਬੱਚਾ ਜਿਹੜਾ ਵਾ ਉਹ ਕਾਫੀ ਜ਼ਿਆਦਾ ਉਲਝਿਆ ਹੋਇਆ ਵਾ, ਅਤੇ ਉਹ ਕਾਫੀ ਲਾਪਰਵਾਹੀ ਦੇ ਨਾਲ ਜਿਹੜਾ ਆਪਣਾ ਪਾਥ ਆ ਜਿਹੜਾ ਇੱਕ ਜਗ੍ਹਾ ਛੱਡ ਕੇ ਜਾਣੀ ਕਿ ਇੱਕ ਰਸਤਾ ਛੱਡ ਕੇ ਦੂਜੇ ਰਸਤੇ ਵੱਲ ਜਾ ਰਿਹਾ, ਉਹਦਾ ਪੂਰਾ ਦਿਲ ਜਿਹੜਾ ਸੀਗਾ ਹੁਣ ਕੀ ਸੀ ਕਾਫੀ ਜ਼ਿਆਦਾ ਉਤੇਜਿਤ ਹੋ ਚੁੱਕਿਆ ਸੀ ਵੀ ਕਿਤੇ ਮੇਰਾ ਬੱਚਾ ਖੋ ਨਾ ਜਾਵੇ। ਉਹਦੀ ਮਦਰ ਨੂੰ ਇਹ ਚੀਜ਼ ਲੱਗ ਰਿਹਾ ਸੀ। ਹਰ ਸਨ ਡਿਡ ਨਾਟ ਨੋ ਮੈਨੀ ਪਾਥਸ ਆਫ ਟੂ ਦੀ ਮਾਊਂਟੇਨ ਐਂਡ ਹਿਜ਼ ਰਿਟਰਨ ਮਾਈਟਲੀ ਬੀ ਆ ਡੇਂਜਰਸ, ਸੋ ਸ਼ੀ ਵਾਜ਼ ਸਟ੍ਰੈਚਡ ਫੋਰ ਫੋਰਥ ਆਫ ਦੀ ਹਰ ਹੈਂਡ ਐਂਡ ਸਨੈਪਡ। ਕਹਿੰਦੇ ਉਹ ਜਾਣਦੀ ਸੀ ਵੀ ਉਹ ਇੰਨੇ ਜ਼ਿਆਦਾ ਪਾਥ ਨੇ, ਇੰਨੇ ਜ਼ਿਆਦਾ ਰਸਤਾ ਬਣ ਚੁੱਕੇ ਨੇ, ਮੇਰੇ ਬੱਚੇ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਵੀ ਉਹ ਕਿਸ ਤਰੀਕੇ ਨਾਲ ਪਹਾੜੀ ਦੇ ਵਿੱਚੋਂ ਦੁਬਾਰਾ ਜਦੋਂ ਮੈਨੂੰ ਛੱਡ ਕੇ ਵਾਪਸ ਆਏਗਾ ਤਾਂ ਉਹ ਕਿਵੇਂ ਨਿਕਲੇਗਾ, ਇੱਥੇ ਬਹੁਤ ਜ਼ਿਆਦਾ ਖਤਰਨਾਕ ਆ। ਤਾਂ ਕਰਕੇ ਉਹ ਆਪਣੇ ਹੱਥਾਂ ਦੇ ਨਾਲ ਕੁਝ ਕੁ ਟਾਹਣੀਆਂ ਜਿਹੜੀਆਂ ਸੀ ਉਹਦੇ ਹੱਥ ਦੇ ਵਿੱਚ ਆ ਰਹੀਆਂ ਸੀ, ਉਹਦੇ ਨਾਲ ਦੇਖੋ ਕੀ ਕਰ ਰਹੀ ਸੀ, ਆਹ ਰਸਤਾ ਸੀ ਜਿਹੜਾ ਉਹ ਚੂਜ਼ ਕਰ ਰਹੀ ਸੀ। ਉਹਦੀ ਮਦਰ ਜਿਹੜੀ ਆ ਦਿਖ ਰਿਹਾ ਹੋਏਗਾ ਉਹ ਇੱਕ ਟਾਹਣੀ ਨੂੰ ਫੜ ਕੇ ਤੋੜ ਸਿੱਟ ਰਹੀ ਸੀ। ਟਵਿੰਕਸ ਵਿਦ ਦੀਆਂ ਬ੍ਰਸ਼ਿਜ਼ ਆਫ ਦੇਅਰ ਪਾਸਟ, ਜਿੱਥੇ ਜਿੱਥੇ ਉਹ ਤੁਰਦੀ ਗਈ ਉੱਥੇ ਉੱਥੇ ਉਹ ਟਾਹਣੀਆਂ ਜਿਹੜੀ ਸੀ ਜਿੰਨੀਆਂ ਹੱਥ 'ਚ ਆਉਂਦੇ ਸੀ ਉਹਨੂੰ ਤੋੜਦੀ ਗਈ। ਸ਼ੀ ਕੁਆਇਟਲੀ ਡਰੋਪ ਟੂ ਦੀ ਹੈਂਡਫੁਲੀ very few steps off the way, so that she was climbed the narrow path behind them was dotted with the tiny pills of twigs at
ਲਾਸਟ ਦੀਆਂ ਸਮਿਟ ਵਾਜ਼ ਰੀਚਡ। ਕਹਿੰਦੇ ਹੁਣ ਜਿਹੜਾ ਸੀ ਉਹ ਆਪਣੇ ਹੱਥ ਦੇ ਵਿੱਚ ਜਿੰਨੀਆਂ ਵੀ ਟਾਹਣੀਆਂ ਆਉਂਦੀਆਂ ਸੀ ਉਹਨੂੰ ਰਸਤੇ ਦੇ ਵਿੱਚ ਇੱਥੇ ਉਹ ਚੜ੍ਹਦਾ ਗਿਆ, ਉਹਨੂੰ ਤੋੜ ਕੇ ਸਿੱਟਦੀ ਗਈ। ਉਹ ਛੋਟਾ ਅਤੇ ਕਾਫੀ ਤੰਗ ਜਿਹਾ ਰਾਹ ਸੀਗਾ ਜਿੱਥੇ ਉਹ ਡਾਟ ਦੀ ਤਰ੍ਹਾਂ ਛੋਟੇ ਜਿਹੜੀਆਂ ਟਾਹਣੀਆਂ ਸੀ ਉਹ ਸਿੱਟਦੀ ਗਈ। ਲਾਸਟ ਟਾਈਮ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਉਹ ਪਹੁੰਚ ਗਏ। Wearily and heartstricks the youth gently released his burden and silently prepared the place of the comfort of his last duty of the loved one। ਕਹਿੰਦੇ ਹੁਣ ਜਿਹੜਾ ਸੀ ਉਹ ਆਪਣੇ ਜਿਹੜਾ ਇੱਕ ਸਟਿੱਕ ਜੀ ਸੀਗੀ ਉਹਨੇ ਉਹਨੂੰ ਫੜਿਆ ਅਤੇ ਉਹਨੂੰ ਥੱਲੇ ਲਾਇਆ ਅਤੇ ਆਪਣੀ ਮਦਰ ਨੂੰ ਜਿਹੜਾ ਸੀ ਆਪਣਾ ਬਰਡਨ ਜਿਹੜਾ ਸੀ ਉਹ ਥੱਲੇ ਲਾਇਆ ਅਤੇ ਆਪਣੀ ਮਦਰ ਨੂੰ ਬੜੇ ਜੈਂਟਲੀ ਜਿਹੜਾ ਵਾ ਉਹਨੇ ਥੱਲੇ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੂੰ ਬਿਠਾਇਆ ਅਤੇ ਉਹਨਾਂ ਲਈ ਇੱਕ ਵਧੀਆ ਜੀ ਥਾਂ ਬਣਾਉਣ ਲੱਗ ਗਿਆ ਜਿਹੜੀ ਕਿ ਉਹਦੀ ਲਾਸਟ ਡਿਊਟੀ ਸੀ ਆਪਣੀ ਮਦਰ ਲਈ। Gathering fallen to their pale needs and he made the soft cushion and tenderly lift his mother on it। ਕਹਿੰਦੇ ਹੁਣ ਇਹਨੇ ਛੋਟੇ ਜਿਹੜੇ ਸੋਕਨੁਮਾ ਜਿਹੜੇ ਕੰਢੇ ਜਿਹੇ ਟਾਈਪ ਦਾ ਇੱਕ ਦਰਖਤ ਸੀਗਾ ਉਹਦੇ ਨਾਲ ਇੱਕ ਕਾਊਚ ਇੱਕ ਕੁਸ਼ਨ ਬਣਾਇਆ ਇੱਕ ਬਹੁਤ ਸੌਫਟਲੀ ਜਿਹੜਾ ਸੀ ਅਤੇ ਆਪਣੀ ਮਦਰ ਨੂੰ ਉਹਦੇ ਉੱਤੇ ਬਿਠਾਤਾ ਤਾਂ ਜੋ ਕੰਫਰਟੇਬਲ ਹੋ ਸਕੇ। He gripped her plaid's coat more closely about her to the stooping shoulders and tearful eyes and notching ਹਾਰਟਸ ਹੀ ਵਾਜ਼ ਬਲੇਡਲੀ ਫੇਅਰਵੈਲ ਫॉर ਹਿਜ਼ ਮਦਰ। ਕਹਿੰਦੇ ਹੁਣ ਕੀ ਸੀਗਾ ਉਹਨੇ ਉਹਨਾਂ ਦੇ ਮਦਰ ਦੇ ਜਿਹੜਾ ਕੋਟ ਪਾਇਆ ਸੀ ਉਹਨਾਂ ਨੂੰ ਉਹਦੇ ਹੱਥਾਂ ਦੇ ਵਿੱਚੋਂ ਹੌਲੀ ਨੇ ਉਤਾਰਿਆ। ਉਹਦੀਆਂ ਅੱਖਾਂ ਦੇ ਵਿੱਚ ਪੂਰੀਆਂ ਅੱਖਾਂ ਪਾਣੀ ਨਾਲ ਭਰ ਚੁੱਕੀਆਂ ਸੀ। ਉਹਨੂੰ ਇੱਕ ਪੀੜਾ ਜੀ ਮਹਿਸੂਸ ਹੋ ਰਹੀ ਸੀ। ਔਚਿੰਗ ਹਾਰਟਸ ਦਾ ਮਤਲਬ ਵੀ ਉਹਦੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ, ਪੀੜ ਹੋ ਰਹੀ ਸੀ ਅਤੇ ਉਹ ਆਪਣੀ ਹੁਣ ਮੰਮੀ ਨੂੰ ਫੇਅਰਵੈਲ ਦਾ ਮਤਲਬ ਵਿਦਾਇਗੀ ਪਾਰਟੀ ਜਿਹੜੀ ਸੀ ਉਹ ਆਪਣੀ ਮਦਰ ਨੂੰ ਦੇਣ ਜਾ ਰਿਹਾ ਸੀ। The trembling voice of his mother was full of to the unselfish love as he gives her to the last attention। ਕਹਿੰਦੇ ਹੁਣ ਉਹਦੀ ਮੰਮੀ ਦੀ ਲੜਖੜਾਉਂਦੀ ਜਿਹੀ ਆਵਾਜ਼ ਜਿਹੜੀ ਸੀ, ਇਹਦਾ ਮਤਲਬ ਟ੍ਰੈਂਬਲਿੰਗ ਦਾ ਮਤਲਬ ਕੰਬਣਾ ਜਾਂ ਫਿਰ ਲੜਖੜਾਉਂਦੀ ਜੀ ਆਵਾਜ਼ ਸੀਗੀ ਜਿਹਦੇ ਨਾਲ ਉਹਨਾਂ ਨੇ ਇੱਕ ਬਿਨਾਂ ਸੈਲਫਿਸ਼ ਵਾਲੀ ਜਿਹੜੀ ਸੀ ਆਵਾਜ਼ ਜਿਹੜੀ ਲਾਸਟ ਇੰਸਟਰਕਸ਼ਨ ਸੀ ਆਪਣੇ ਬੇਟੇ ਨੂੰ ਦਿੱਤੀਆਂ। Let not to the things eyes we are blind my son, she said, the mountains road is full of dangerous। ਕਹਿੰਦੇ ਵੀ ਉਹਨਾਂ ਨੇ ਉਹਨੂੰ ਕਿਹਾ ਵੀ ਮੇਰੇ ਬੇਟੇ ਮੇਰੇ ਇਹ ਨਾ ਸੋਚੋ ਵੀ ਮੇਰੀਆਂ ਛੋਟੀਆਂ ਅੱਖਾਂ ਜਿਹੜੀਆਂ ਨੇ ਉਹ ਅੰਨੀਆਂ ਨੇ। ਉਹਦੀ ਮਾਤਾ ਨੇ ਉਹਨੂੰ ਕਿਹਾ ਕਹਿੰਦੇ ਇਹ ਜਿਹੜਾ ਮਾਊਂਟੇਨ ਹੈ ਬਹੁਤ ਜ਼ਿਆਦਾ ਖਤਰਿਆਂ ਨਾਲ ਭਰਿਆ ਹੋਇਆ। ਲੁੱਕ ਕੇਅਰਫੁਲੀ ਐਂਡ ਫੋਲੋ ਦੀ ਪਾਥ ਵੇਅਰ ਯੂ ਸੀ ਦੀ ਪਿੰਸ ਆਫ ਟਵਿੰਗਸ। ਕਹਿੰਦੇ ਵੀ ਉਹਨੇ ਉਹਨਾਂ ਨੂੰ ਕਿਹਾ ਵੀ ਤੂੰ ਕੇਅਰਫੁਲੀ ਇੱਥੋਂ ਜਾਈਂ ਅਤੇ ਉਹ ਰਸਤੇ ਨੂੰ ਫੋਲੋ ਕਰੀਂ ਜਿੱਥੇ ਕਿ ਹੋਣਗੀਆਂ ਥੋੜ੍ਹੀਆਂ ਟਾਹਣੀਆਂ ਟੁੱਟੀਆਂ ਪਈਆਂ ਹੋਣਗੀਆਂ। ਦੇ ਵਿਲ ਗਾਈਡਸ ਯੂ ਟੂ ਦੀ ਫੈਮਲੀਅਰ ਪਾਥ ਫਰਦਰ ਡਾਊਨ। ਕਹਿੰਦੇ ਫਿਰ ਉਹ ਤੁਹਾਨੂੰ ਇੱਕ ਵਧੀਆ ਰਸਤਾ ਜਿਹੜਾ ਵਾ ਤੁਹਾਨੂੰ ਗਾਈਡ ਕਰਨਗੀਆਂ ਵੀ ਤੁਸੀਂ ਕਿਸ ਤਰੀਕੇ ਨਾਲ ਆਪਣੇ ਘਰ ਤੱਕ ਪਹੁੰਚ ਸਕਦੇ ਹੋ। Their son was surprised, eyes closed back over to the path. Then he was poor mother's swilled hands all stretched and sold by her works of love। ਕਹਿੰਦੇ ਵੀ ਜਦੋਂ ਉਹਨੇ ਇਹ ਗੱਲ ਸੁਣੀ ਤੇ ਆਪਣੀ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਹੈਰਾਨ ਹੋਇਆ। ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਉਹਦੀ ਮੰਮਾ ਦੇ ਜਿਹੜੇ ਹੱਥ ਸੀਗੇ ਉਹਦੇ ਵਿੱਚ ਕਾਫੀ ਜ਼ਿਆਦਾ ਝਰੀਟਾਂ ਪੈ ਚੁੱਕੀਆਂ ਸੀਗੀਆਂ ਜਾਂ ਕਹਿ ਦਿਓ ਵੀ ਸੱਟਾਂ ਲੱਗੀਆਂ ਹੋਈਆਂ ਸੀ ਕਿਉਂਕਿ ਉਹਦੀ ਮਦਰ ਜਿਹੜੀ ਸੀ ਟਾਹਣੀ ਨੂੰ ਖਿੱਚਦੀ ਸੀ ਤਾਂ ਉਹਦੇ ਨਾਲ ਉਹਨਾਂ ਦੇ ਹੱਥ ਦੇ ਵਿੱਚ ਕਾਫੀ ਜ਼ਿਆਦਾ ਸਟ੍ਰੈਚਿਸ ਆ ਚੁੱਕੀਆਂ ਸੀਗੀਆਂ ਤੇ ਉਹਦੇ ਹੱਥਾਂ ਦੇ ਵਿੱਚ ਇੱਕ ਮਿੱਟੀ ਲੱਗੀ ਸੀ ਜਿਹੜੀ ਕਿ ਇੱਕ ਤਰ੍ਹਾਂ ਦੇ ਨਾਲ ਉਹਦਾ ਪਿਆਰ ਦਾ ਇੱਕ ਕੰਮ ਦਿਖਾ ਰਹੀਆਂ ਸੀ। ਹਿਜ਼ ਹਾਰਟ ਬ੍ਰੋਕਨ within the blowings of the grounds he cried loud, oh honorable mother, my kindness breaks my heart, I will not leave you। ਕਹਿੰਦੇ ਫਿਰ ਉਹ ਆਪਣੀ ਮਦਰ ਦੇ ਕੋਲ ਡਿੱਗ ਜਾਂਦਾ ਅਤੇ ਗਰਾਊਂਡ ਦੇ ਵਿੱਚ ਉਹ ਉੱਚੀ ਕਰਾਉਣ ਲੱਗ ਜਾਂਦਾ, ਹੇ ਮੇਰੀ ਆਦਰਸ਼ਮਈ ਮਾਤਾ। ਕਹਿੰਦੇ ਵੀ ਤੁਸੀਂ ਮੇਰਾ ਜਿਹੜਾ ਦਿਲ ਆ ਉਹ ਟੁੱਟ ਚੁੱਕਿਆ ਵਾ ਵੀ ਕੀ ਆ ਮੈਂ ਤੁਹਾਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ। ਟੂਗੈਦਰ ਵੀ ਵਿਲ ਫੋਲੋ ਦੀ ਪਾਥ ਆਫ ਥਿੰਗਸ ਐਂਡ ਟੂਗੈਦਰ ਵੀ ਲਿਵ ਡਾਈ। ਕਹਿੰਦੇ ਵੀ ਵਿਲ ਡਾਈ। ਕਹਿੰਦੇ ਵੀ ਉਹ ਕਹਿੰਦਾ ਵੀ ਹੁਣ ਆਪਾਂ ਦੋਹੀ ਜਣੇ ਇਸੇ ਰਸਤੇ ਨੂੰ ਫੋਲੋ ਕਰਾਂਗੇ ਜਿੱਥੇ ਤੁਸੀਂ ਟਾਹਣੀਆਂ ਸਿੱਟੀਆਂ ਨੇ, ਚਾਹੇ ਸਾਨੂੰ ਦੋਹਾਂ ਨੂੰ ਇਕੱਠੇ ਨੂੰ ਹੀ ਮਰਨਾ ਪੈ ਜਾਵੇ ਕੋਈ ਦਿੱਕਤ ਨਹੀਂ। ਵੰਸ ਮੋਰ ਸ਼ੀ ਸ਼ੋਲਡਰਸ ਹਿਜ਼ ਮਦਰ ਐਂਡ ਹੈਡੀਟੈਂਟਸ ਡਾਊਨ ਟੂ ਦੀ ਪਾਥ ਦੇਅਰ ਵਾਜ਼ ਲਿਟਲ ਹਟ ਇਨ ਦੀ ਵੈਲੀ। ਕਹਿੰਦੇ ਹੁਣ ਉਹ ਆਪਣੀ ਮਦਰ ਨੂੰ ਦੁਬਾਰਾ ਜਿਹੜਾ ਚੱਕ ਕੇ ਜਿਹੜਾ ਵਾਪਸ ਆਪਣੇ ਉਸ ਘਰ ਦੇ ਵਿੱਚ ਲੈ ਕੇ ਆ ਗਿਆ ਜਿੱਥੇ ਉਹਨੇ ਚੱਲਣਾ ਸ਼ੁਰੂ ਕੀਤਾ ਸੀ। ਆ ਦਿਖਾਈ ਜਾ ਰਹੀ ਹੈ ਪਿਕਚਰ ਵੀ ਉਹ ਆਪਣੇ ਮਦਰ ਨੂੰ ਦੁਬਾਰਾ ਕੈਰੀ ਕਰਕੇ ਦੁਬਾਰਾ ਆਪਣੀ ਹੱਟ ਦੇ ਵਿੱਚ ਲੈ ਕੇ ਆ ਗਿਆ ਸੀ ਕਿਉਂਕਿ ਹੁਣ ਉਹ ਚਾਹੁੰਦਾ ਸੀ ਵੀ ਚਾਹੇ ਉਹ ਮਰੇ ਚਾਹੇ ਜੀਵੇ ਹੁਣ ਉਹ ਆਪਣੀ ਮਦਰ ਦੇ ਨਾਲ ਹੀ ਰਹੇਗਾ। ਵੰਸ ਮੋਰ ਦੀ ਦੈਨ the beneath of to the kitchen floor was to the walled closet for the food which was covered and the hidden from the view। ਬ੍ਰਿਥ ਯਾਨੀ ਕਿ ਇੱਕ ਡੂੰਘਾਈ ਦੇ ਵਿੱਚ ਇੱਕ ਕਿਚਨ ਦੀ ਜਿਹੜੀ ਇੱਕ ਹੇਠਲਾ ਹਿੱਸਾ ਸੀ ਉਹਨਾਂ ਨੇ ਇੱਕ ਕਲੋਜ਼ੈਸਟ ਜਿਹੜਾ ਸੀਗਾ ਇੱਕ ਕੋਠਰੀ ਜੀ ਬਣਾਈ ਹੋਈ ਸੀ ਜਿਹਦੇ ਵਿੱਚ ਉਹ ਆਪਣਾ ਖਾਣਾ ਜਿਹੜਾ ਸੀ ਲੁਕੋ ਕੇ ਰੱਖਦੇ ਹੁੰਦੇ ਸੀਗੇ ਤਾਂ ਉਹਨੇ ਸੋਚਿਆ ਵੀ ਸ਼ਾਇਦ ਹੁਣ ਮੇਰੀ ਮਦਰ ਨੂੰ ਉੱਥੇ ਰੱਖਣਾ ਚਾਹੀਦਾ ਵਾ। ਦੇਅਰ ਵਾਜ਼ ਦੀ ਸਨ ਹਾਈਡ ਹਿਜ਼ ਮਦਰ ਸਪਲਾਈਂਗ ਵਿਦ
supplying her with the everything she needed and continuously watching and fearing she would be discovered। ਕਹਿੰਦੇ ਉਹ ਆਪਣੇ ਬੱਚੇ ਨੇ ਜਿਹੜਾ ਉਹ ਮੁੰਡਾ ਸੀ ਉਹਨੇ ਆਪਣੀ ਮਦਰ ਨੂੰ ਉੱਥੇ ਲੁਕੋ ਦਿੱਤਾ ਤਾਂ ਜੋ ਕੀ ਆ ਵੀ ਜਿਹੜੇ ਰਾਜੇ ਦੇ ਸਿਪਾਹੀ ਨੇ ਉਹਨੂੰ ਲੱਭ ਨਾ ਸਕਣ ਤੇ ਉਹਨਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਦਿੰਦਾ ਰਿਹਾ ਤੇ ਆਲੇ ਦੁਆਲੇ ਹਮੇਸ਼ਾ ਉਹਨਾਂ ਨੂੰ ਦੇਖਦਾ ਰਿਹਾ। ਉਹਨੂੰ ਇਹੀ ਡਰ ਸੀ ਵੀ ਕਿਤੇ ਕੋਈ ਉਹਨਾਂ ਨੂੰ ਲੱਭ ਨਾ ਲਵੇ। Time passed. He belongs to feel safe when again the governor sent his fourth messenger bearing to the unreasonable order swimming as to the boost his power। His demand was that his subject should be present with the rope of ash। ਕਹਿੰਦੇ ਵੀ ਹੁਣ ਜਿਹੜਾ ਰਾਜਾ ਸੀ ਕਈ ਟਾਈਮ ਜਿਹੜਾ ਸੀ ਬੀਤ ਚੁੱਕਿਆ ਸੀ ਹੁਣ ਉਹ ਆਪਣੇ ਆਪ ਨੂੰ ਜਿਹੜਾ ਮੁੰਡਾ ਸੀ ਉਹ ਸੇਫ ਫੀਲ ਕਰ ਰਿਹਾ ਸੀ ਤੇ ਗਵਰਨਰ ਨੇ ਫਿਰ ਇੱਕ ਵਾਰ ਆਪਣਾ ਇੱਕ ਮੈਸੇਂਜਰ ਭੇਜਿਆ ਤੇ ਹੁਣ ਜਿਹੜਾ ਉਹਨੇ ਇੱਕ ਅਨਰੀਜ਼ਨੇਬਲ ਵੀ ਬਿਨਾਂ ਕੋਈ ਕਾਰਨ ਵਾਲਾ ਇੱਕ ਆਰਡਰ ਭੇਜਿਆ ਤੇ ਤਾਂ ਜੋ ਕਿ ਉਹ ਆਪਣੀ ਪਾਵਰ ਨੂੰ ਹੋਰ ਵੀ ਜ਼ਿਆਦਾ ਵਧਾ ਸਕੇ। ਉਹਨੇ ਇੱਕ ਡਿਮਾਂਡ ਕੀਤੀ। ਉਹ ਕਹਿੰਦਾ ਵੀ ਅੱਜ ਪ੍ਰੈਜ਼ੈਂਟ ਦੇ ਵਿੱਚ ਮੈਨੂੰ ਕੋਈ ਬੰਦਾ ਐਸ਼ ਦਾ ਮਤਲਬ ਕੀ ਹੁੰਦਾ ਵਾ? ਐਸ਼ ਦਾ ਮਤਲਬ ਹੁੰਦਾ ਵਾ ਸਵਾਹ ਜਿਹੜੀ ਹੁੰਦੀ ਆ ਜਾਂ ਰਾਖ, ਵੀ ਰਾਖ ਦੀ ਇੱਕ ਰੱਸੀ ਬਣਾ ਕੇ ਮੇਰੇ ਸਾਹਮਣੇ ਕੋਈ ਲਿਆ ਕੇ ਦਵੇ। The entire prophecy of the kings to trimmed with fears, the order had to be obeyed, but how could be anyone makes to the rope of ash। ਕਹਿੰਦੇ ਹੁਣ ਜਿਹੜੀ ਇਹ ਇੰਟਾਇਰ ਪੂਰੇ ਰਾਜ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਜਿਹਾ ਫੈਲ ਗਿਆ ਕਿਉਂਕਿ ਹੁਣ ਜਿਹੜਾ ਉਹਦਾ ਆਰਡਰ ਨਹੀਂ ਮੰਨੂਗਾ ਤਾਂ ਉਹਨੂੰ ਮਾਰ ਦਿੱਤਾ ਜਾਊਗਾ। ਪਰ ਹੁਣ ਇਹ ਕਿੱਦਾਂ ਪੋਸੀਬਲ ਆ ਵੀ ਰਾਖ ਦੇ ਨਾਲ ਇੱਕ ਰੱਸੀ ਬਣਾਈ ਜਾਵੇ। One day the great distress the woman wished the news of his hidden mother। ਕਹਿੰਦੇ ਹੁਣ ਉਹਨੇ ਵੀ ਇੱਕ ਜਿਹੜਾ ਬੰਦਾ ਸੀ ਉਹ ਬੱਚਾ ਸੀਗਾ ਉਹਨੂੰ ਵੀ ਇਹ ਗੱਲ ਜਦੋਂ ਉਹਦੇ ਦਿਮਾਗ ਦੇ ਵਿੱਚ ਪਈ ਤਾਂ ਹੁਣ ਉਹ ਕਾਫੀ ਜ਼ਿਆਦਾ ਦੁਖੀ ਸੀ ਤੇ ਹੁਣ ਆਪਣੀ ਹਿਡਨ ਮਦਰ ਜਿਹਨੂੰ ਉਹਨੇ ਲੁਕਾਇਆ ਹੋਇਆ ਸੀ ਉਹਦੇ ਕੋਲ ਗਿਆ ਉਹਨਾਂ ਨੂੰ ਦੱਸਿਆ ਇਹ ਗੱਲ ਸਾਰੀ। ਵੇਟ ਸ਼ੀ ਸੈਡ ਲੈਟ ਮੀ ਥਿੰਕ। ਉਹ ਕਹਿੰਦੇ ਵੇਟ ਕਰੋ ਮੈਂ ਤੁਹਾਨੂੰ ਦੱਸਦੀ ਹਾਂ ਮੈਨੂੰ ਸੋਚਣ ਦਿਓ। ਔਨ ਦੀ ਸੈਕਿੰਡ ਡੇ ਸ਼ੀ ਟੋਲਡ ਹਿਮ। ਤਾਂ ਹੁਣ ਦੂਜੇ ਦਿਨ ਜਿਹੜੀ ਸੀ ਉਹਦੀ ਮਦਰਾਤ ਦਿਖਾ ਰਹੇ ਨੇ ਜਿੱਥੇ ਉਹਨਾਂ ਨੇ ਹਾਈਡ ਕੀਤਾ ਹੋਇਆ ਸੀ ਤਾਂ ਉਹਦੇ ਮਦਰ ਕਹਿੰਦੀ ਆ ਵੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਿਸ ਤਰੀਕੇ ਨਾਲ ਇਹ ਚੀਜ਼ ਕੀਤੀ ਜਾ ਸਕਦੀ ਆ। ਤੇ ਆ ਜਿਹੜਾ ਉਹਦਾ ਘਰ ਆ ਉਹਦੇ ਵਿੱਚ ਦਿਖਾਇਆ ਗਿਆ ਵੀ ਕਿਸ ਤਰੀਕੇ ਨਾਲ ਉਹਦਾ ਘਰ ਜਿਹੜਾ ਸੀ ਜੰਗਲ ਦੇ ਵਿੱਚ ਹੈਗਾ ਸੀ। ਵਟ ਟੂ ਡੂ ਮੇਕਸ ਟੂ ਦੀ ਰੋਪ ਆਫ ਦੀ ਟਵਿਸਟ ਸਟ੍ਰਿਪ ਸ਼ੀ ਸੈਡ। ਕਹਿੰਦੇ ਉਹਨੇ ਕਿਹਾ ਵੀ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ, ਤੁਸੀਂ ਇੱਕ ਰੋਪ ਬਣਾਓ ਜਿਹੜੀ ਕੀ ਆ ਘਾਹ ਫੂਸ ਦੇ ਨਾਲ ਇਕੱਠੀ ਕਰਕੇ ਬਣਾਈ ਗਈ ਹੋਵੇ। ਦੈਨ ਦੀ ਸਟ੍ਰੈਚ it upon the rope of the flat stones and burn it to the windless night। ਕਹਿੰਦੇ ਫਿਰ ਉਹਨੂੰ ਕੀ ਆ ਇੱਕ ਜਿਹੜਾ ਪਲੇਨ ਜਾਂ ਪੱਥਰ ਹੋਵੇ ਉੱਤੇ ਲਿਆ ਕੇ ਉਹਨੂੰ ਅੱਗ ਲਗਾ ਦੇਣੀ ਆ ਪਰ ਉਦੋਂ ਅੱਗ ਲਾਉਣੀ ਆ ਜਦੋਂ ਕੀ ਹੋਵੇ ਜਮਾਂ ਹੀ ਹਵਾ ਨਾ ਚੱਲਦੀ ਹੋਵੇ। she called to the people together and did she had said। ਤੇ ਉਹਨੇ ਉੱਦਾਂ ਹੀ ਕੀਤਾ, ਉਹਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤੇ ਆਪਣੀ ਮਦਰ ਦੇ ਕਹੇ ਅਨੁਸਾਰ ਉਹਨੇ ਉਹੀ ਕੰਮ ਕੀਤਾ। when the blazed dies down there upon to their stones with every twist and favor showing to their perfectly laying on to their rope of ash। ਕਹਿੰਦੇ ਹੁਣ ਜਿਹੜਾ ਉਹਨੂੰ ਅੱਗ ਲਗਾ ਦਿੱਤੀ ਗਈ ਤੇ ਅੱਗ ਲੱਗਣ ਤੋਂ ਬਾਅਦ ਜਿਹੜੀ ਪੂਰੀ ਰੱਸੀ ਸੀਗੀ ਉਹ ਉਵੇਂ ਹੀ ਰਹੀ ਜਿਵੇਂ ਉਹਦੇ ਵਿੱਚ ਬਲ ਪਏ ਹੋਏ ਸੀਗੇ ਤੇ ਉਹ ਹੁਣ ਜਿਹੜੀ ਸੀਗੀ ਉਹ ਰੋਪ ਆਫ ਐਸ਼ ਯਾਨੀ ਕਿ ਇੱਕ ਸਵਾਹ ਦੀ ਜਿਹੜੀ ਰੱਸੀ ਸੀ ਉਹ ਬਣ ਚੁੱਕੀ ਸੀਗੀ। The governor was pleased at to the wit of to the youth and praised greatly, but he demanded to know where he did obtain this wisdom from। ਤੇ ਹੁਣ ਜਿਹੜਾ ਗਵਰਨਰ ਸੀਗਾ ਉਹਦੀ ਉਸ ਇਨਸਾਨ ਦੀ ਬਹਾਦਰੀ ਤੇ ਉਹਦੇ ਦਿਮਾਗ ਨੂੰ ਸੋਚ ਕੇ ਕਾਫੀ ਜ਼ਿਆਦਾ ਹੈਰਾਨ ਹੋਇਆ ਤੇ ਉਹਦੀ ਕਾਫੀ ਪ੍ਰੇਜ਼ ਕੀਤੀ ਤੇ ਉਹਨੇ ਉਹ ਤੋਂ ਡਿਮਾਂਡ ਕੀਤੀ ਵੀ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਆਹ ਆਈਡੀਆ ਆਇਆ ਕਿੱਥੋਂ ਜਾਂ ਤੁਸੀਂ ਕਿੱਥੋਂ ਸੋਚਿਆ। ਅਲਾਸ ਕ੍ਰਾਈਡ ਦੀ ਆ ਫਾਰਮਰ। ਤੇ ਹੁਣ ਉਹ ਫਾਰਮਰ ਜਿਹੜਾ ਸੀ ਉਹ ਸਮਝ ਚੁੱਕਿਆ ਸੀ ਵੀ ਉਹਦਾ ਭਾਂਡਾ ਫੁੱਟ ਸਕਦਾ ਤੇ ਉਹਨੇ ਉਹ ਤੋਂ ਮਾਫੀ ਮੰਗੀ, ਕਹਿੰਦਾ ਜੀ ਮੈਨੂੰ ਮਾਫ ਕਰ ਦਿਓ। ਦੀ ਟਰੂਥ ਮਸਟ ਬੀ ਟੋਲਡ ਐਂਡ ਵਿਦ ਦੀ ਡੀਪ ਬਲੋਜ਼ ਹੀ ਨਰੇਟਸ ਹਿਜ਼ ਸਟੋਰੀ। ਕਹਿੰਦੇ ਫਿਰ ਉਹਨੇ ਕਿਹਾ ਵੀ ਮੈਂ ਤੁਹਾਨੂੰ ਸਾਰਾ ਕੁਝ ਸੱਚ ਦੱਸਦਾ ਵਾਂ ਤੇ ਉਹ ਆਪਣੀ ਪੂਰੀ ਕਹਾਣੀ ਜਿਹੜੀ ਆ ਉਹਦੇ ਸਾਹਮਣੇ ਦੱਸ ਦਿੰਦਾ ਵਾ। ਦੀ ਗਵਰਨਰ ਲਿਸਨਡ ਐਂਡ ਟੂ ਦੀ ਮੈਡੀਟੇਟ ਇਨ ਦੀ ਸਾਇਲੈਂਸ। ਦੀ ਗਵਰਨਰ ਜਿਹੜਾ ਵਾ ਉਹਦੀ ਪੂਰੀ ਗੱਲ ਨੂੰ ਸੁਣਦਾ ਵਾ ਤੇ ਉਹਦੀ ਪੂਰੀ ਗੱਲ ਨੂੰ ਜਿਹੜੇ ਸਾਇਲੈਂਟਲੀ ਉਹ ਸਾਰੀਆਂ ਚੀਜ਼ਾਂ ਉੱਤੇ ਮੈਡੀਟੇਟ ਜਾਣ ਕੇ ਉਹਨੂੰ ਸੋਚਦਾ ਵਾ। ਫਾਈਨਲੀ ਹੀ ਲਿਫਟ ਹਿਜ਼ ਹੈਡ ਤੇ ਹੁਣ ਆਪਣਾ ਜਿਹੜਾ ਸਿਰ ਆ ਉੱਪਰ ਨੂੰ ਚੱਕਦਾ ਵਾ। ਸ਼ਾਈਨਿੰਗਸ ਨੀਡਸ ਮੋਰ ਦੈਨ ਟੂ ਦੀ ਸਟਰੈਂਥ ਆਫ ਯੂਥ। ਕਹਿੰਦੇ ਸ਼ਾਈਨਰਸ ਨੂੰ ਜਿਹੜਾ ਵਾ ਸਿਰਫ ਜਿਹੜੇ ਯੂਥ ਨੇ ਉਹਨਾਂ ਦੀ ਸਟਰੈਂਥ ਤੋਂ ਇਲਾਵਾ ਵੀ ਇੱਕ ਚੀਜ਼ ਦੀ ਲੋੜ ਆ। ਹੀ ਸੈਡ ਗ੍ਰੇਵਲੀ ਓ ਹਾਊ ਕੁਡ ਆਈ ਹੈਵ ਫੋਰਗੈਟਨ ਦੀ ਵੈਲ ਨੋਨ ਸੇਇੰਗ। ਕਹਿੰਦੇ ਉਹ ਮੈਂ ਇਹ ਕਿਸ ਤਰੀਕੇ ਨਾਲ ਭੁੱਲ ਸਕਦਾ ਵਾਂ ਵੀ ਜਿਹੜੀ ਇੱਕ ਮਹਾਨ ਗੱਲ ਕਿਸੇ ਨੇ ਕਹੀ ਸੀ। ਵਿਦ ਦੀ ਕਰਾਊਨ ਆਫ ਸਨੋ ਦੇਅਰ ਕਮਿਟਡ ਵਿਸਟਮਸ। ਤੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਸਫੇਦ ਬਾਲ ਹੁੰਦੇ ਆ ਉਹੀ ਇੱਕ ਤਰ੍ਹਾਂ ਦਾ ਤਾਜ ਬਣਦੇ ਆ ਕਿਉਂਕਿ ਇਹਦਾ ਮਤਲਬ ਕੀ ਸੀ ਵੀ ਇੱਕ ਜਿਹੜਾ ਬੁੱਢੇ ਲੋਕ ਹੁੰਦੇ ਆ ਸਾਨੂੰ ਜਿਹੜੀ ਅਕਲ ਆਉਂਦੀ ਹੁੰਦੀ ਆ ਜਾਂ ਸਾਡੀ ਜਿਹੜੀ ਜ਼ਿਆਦਾ ਸਮਝਦਾਰੀ ਦੀਆਂ ਗੱਲਾਂ ਬਣਦੀਆਂ ਨੇ ਉਹ ਸਾਡੇ ਜਦੋਂ ਬਾਲ ਚਿੱਟੇ ਹੋ ਜਾਂਦੇ ਜਾਣੀ ਕਿ ਅਸੀਂ ਬੁੱਢੇ ਹੋ ਜਾਂਦੇ ਆ ਤਾਂ ਸਾਨੂੰ ਉਦੋਂ ਆਉਂਦੀ ਆ।
That's very hours the cruel law was abolished as to he realized that the old age meant experience of their life no felonities। ਕਹਿੰਦੇ ਵੀ ਉਹ ਜਿਹੜੇ ਨੇ ਉਹਨੂੰ ਦੱਸਦੇ ਆ, ਕਹਿੰਦੇ ਵੀ ਜਿਹੜਾ ਇੱਕ ਬਜ਼ੁਰਗ ਨੇ ਉਹ ਸਾਡੇ ਉਹਨੇ ਜਿਹੜਾ ਉਹ ਲਾਅ ਬਣਾਇਆ ਸੀ ਉਹਨੂੰ ਖਤਮ ਕਰ ਦਿੰਦਾ, ਤੇ ਉਹ ਕਹਿੰਦਾ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਣੀ ਲਾਈਫ ਦਾ ਪੂਰਾ ਐਕਸਪੀਰੀਅੰਸ ਹੁੰਦਾ, ਉਹ ਸਾਡੇ ਲਈ ਕੋਈ ਕਮਜ਼ੋਰੀ ਨਹੀਂ, ਸਗੋਂ ਉਹ ਸਾਡੇ ਲਈ ਇੱਕ ਬਹੁਤ ਵੱਡਾ ਸਰੋਤ ਨੇ ਜਿਹਦੇ ਨਾਲ ਅਸੀਂ ਕੋਈ ਵੀ ਨੌਲੇਜ ਆਬਟੇਨ ਕਰ ਸਕਦੇ ਹਾਂ। ਯਾਨੀ ਕਿ ਇਸ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਵਾ ਵੀ ਜਿਹੜੇ ਸਾਡੇ ਬਜ਼ੁਰਗ ਨੇ ਉਹ ਸਾਨੂੰ ਇਹ ਜਿਹੀਆਂ ਚੀਜ਼ਾਂ ਦੱਸ ਦਿੰਦੇ ਆ ਜਿਨ੍ਹਾਂ ਚੀਜ਼ਾਂ ਬਾਰੇ ਸਾਨੂੰ ਵੀ ਨਹੀਂ ਪਤਾ ਹੁੰਦਾ, ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਧਿਆਨ ਨਾਲ ਕਰਨਾ ਚਾਹੀਦਾ ਵਾ, ਤੇ ਹਮੇਸ਼ਾ ਸਾਨੂੰ ਆਪਣੇ ਬਜ਼ੁਰਗਾਂ ਦੇ ਨਾਲ ਰਹਿਣਾ ਚਾਹੀਦਾ ਵਾ। ਹੁਣ ਚਲੋ ਇਸ ਦੇ ਨਾਲ ਜਿਹੜੀ ਸਾਡੀ ਸਟੋਰੀ ਆ ਉਹ ਕੰਪਲੀਟ ਹੋਈ। ਆਈ ਹੋਪ ਤੁਹਾਨੂੰ ਸਟੋਰੀ ਬਹੁਤ ਵਧੀਆ ਲੱਗੂਗੀ। ਹੈ ਜਾਪਾਨ ਦਾ ਜਿਹੜਾ ਇੱਕ ਘਰ ਆ ਉਹ ਦਿਖਾਇਆ ਗਿਆ ਵਾ। ਇਹ ਮਦਰ ਆ ਜਿਹੜੀ ਕਿ ਲਾਸਟ ਦੇ ਵਿੱਚ ਇੱਕ ਸਹੀ ਰੀਜ਼ਨ ਦਿੰਦੀ ਆ ਤੇ ਆਪਣੇ ਬੇਟੇ ਨੂੰ ਉਹਦੇ ਮਰਨ ਤੱਕ, ਤੇ ਉਹਦੇ ਜਿਵੇਂ ਉਹਨੂੰ ਮਰਨ ਦੇ ਲਈ ਵੀ ਛੱਡ ਜਾਂਦਾ ਹੁੰਦਾ ਪਰ ਫਿਰ ਵੀ ਉਹਦੇ ਬਾਰੇ ਹੀ ਸੋਚਦੀ ਰਹਿੰਦੀ ਆ। ਇਹ ਚੀਜ਼ ਇਹ ਦਰਸਾਉਂਦੀ ਆ ਵੀ ਸਾਡੇ ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਲਈ ਕੰਮ ਜ਼ਰੂਰੀ ਆ ਉਹ ਸਾਡੇ ਪੇਰੈਂਟਸ ਨੇ, ਜਿਹੜੇ ਕਿ ਸਾਡੇ ਲਈ ਨਿਸਵਾਰਥ ਸਾਡੇ ਨਾਲ ਪਿਆਰ ਕਰਦੇ ਆ ਤੇ ਸਾਡੇ ਲਈ ਸਭ ਕੁਝ ਆਪਣਾ ਤਿਆਗ ਦਿੰਦੇ ਆ। ਤੇ ਇਸ ਸਟੋਰੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦੀ ਆ ਵੀ ਸਾਨੂੰ ਆਪਣੇ ਪੇਰੈਂਟਸ ਦੇ ਨਾਲ ਹੀ ਰਹਿਣਾ ਚਾਹੀਦਾ ਵਾ। ਦੇਖੋ ਅੱਗੇ ਕੀ ਆ। ਡਿਸਪੋਟਿਕ ਵਰਡ ਮੀਨਿੰਗ ਨੇ ਤਾਨਾਸ਼ਾਹ, ਸੁਜੈਸਟਿਵ ਸੁਝਾਅ ਦੇਣ ਵਾਲਾ, ਫੇਲਿੰਗ असफल हो रही, ऑप्रोमेटेड प्रेरित करना, बार्बलस वैशी, अवंडिंग छड्डना, हंबल निमर, रिकलेस लापरवाह, स्नैप्ड झपकियाँ, हैजिटेंटेड जल्दी, ब्लेज्ड अग दियाँ लपटां। उस तो बाद अबॉलिश्ड खत्म किया, फैकलिटी कमज़ोरी, विंडो विधवा। ਤਾਂ ਇਹ ਸੀਗੇ ਵਰਡ ਮੀਨਿੰਗ। ਉਸ ਤੋਂ ਬਾਅਦ ਸਾਡੇ ਕੋਲ ਐਕਟੀਵਿਟੀ ਹੈ ਜਿਹਦੇ ਵਿੱਚ ਅਸੀਂ ਅੰਡਰਲਾਈਨ ਇਹ ਕਰਨਾ ਵੀ ਇਹਦਾ ਮਤਲਬ ਕੀ ਹੋਏਗਾ, ਜਿਹਦਾ ਆਨਸਰ ਕੀ ਹੋਏਗਾ। ਜਿਵੇਂ ਇਟ ਵਾਜ਼ ਦੀਆ ਗਵਰਨਡ ਬਾਈ ਦੀਆ ਡਿਸਪੋਟਿਕਸ ਲੀਡਰ। ਡਿਸਪੋਟਿਕ ਦਾ ਮਤਲਬ ਕੀ ਹੁੰਦਾ, ਦੇਖੋ ਆਨਸਰ ਹੈ ਦੀਆ ਪਰਸਨਸ ਹੂ ਐਕਸਪਰਟ ਐਵਰੀਥਿੰਗ ਟੂ ਅਵੇ ਹਿਜ਼ ਆਰਡਰ। ਉਹ ਚਾਹੁੰਦਾ ਵਾ ਵੀ ਮੇਰਾ ਸਾਰੇ ਬੰਦੇ ਜਿਹੜੀਆਂ ਗੱਲਾਂ ਨੇ ਉਹ ਮੰਨਣ। ਇਹਦਾ ਮਤਲਬ ਵੀ ਕੀ ਹੁੰਦਾ, ਤਾਨੇਸ਼ਾਹ ਹੁੰਦਾ ਵਾ। ਉਸ ਤੋਂ ਬਾਅਦ ਹੈ ਹੀ ਹੈਡ ਦੀਆ ਗ੍ਰੇਟ ਡਿਸਲਾਈਕ ਐਵਰੀਥਿੰਗ ਸੁਜੈਸਟਿਵ ਟੂ ਫੀਲਿੰਗ ਹੈਲਥ ਐਂਡ ਸਟਰੈਂਥ। ਕਹਿੰਦੇ ਕੋਈ ਵੀ ਅਜਿਹਾ ਬੰਦਾ ਜਿਹੜਾ ਕਿ ਸੁਜੈਸਟਿਵ ਦਾ ਮਤਲਬ ਸਲਾਹ ਦੇਣਾ ਹੁੰਦਾ ਤਾਂ ਇਹਦਾ ਮਤਲਬ ਕੀ ਹੋਏਗਾ, ਗਿਵਿੰਗ ਅ ਐਡਵਾਈਸ ਆਫ, ਕਿਸੇ ਨੂੰ ਐਡਵਾਈਸ ਦੇਣੀ। ਦਿਸ ਪ੍ਰੋਮੇਟਿਵ ਹਿਮ ਟੂ ਮੇਕਸ ਦੀ ਅ ਕਰੂਅਲ ਲਾਅ ਆਫ ਹਿਜ਼ ਪ੍ਰੈਫਰੈਂਸਰੀ। ਤਾਂ ਪ੍ਰੋਮੇਟਿਵ ਦਾ ਮਤਲਬ ਕੀ ਹੁੰਦਾ, ਇਨਕਰੇਜ ਟੂ ਦੀਆ ਟੂ ਡੂ ਸਮਥਿੰਗ, ਕਿਸੇ ਨੂੰ ਇਨਕਰੇਜ ਕਰਨਾ ਵੀ ਉਹ ਕੁਛ ਨਾ ਕੁਛ ਨਵਾਂ ਕਰਦਾ ਰਹੇ। ਫੋਰਥ ਹੈ ਦੋਜ਼ ਵਾਜ਼ ਟੂ ਦੀਆ ਬਾਰਬਲਸ ਡੇਜ਼। ਇਹਦਾ ਮਤਲਬ ਹੁੰਦਾ ਵੀ ਕੀ ਇੱਕ ਅਨਸਿਵਲਡ ਜੇ ਲਾਅ ਹੋਣਾ, ਯਾਨੀ ਕਿ ਅਨਸਿਵਲਾਈਜ਼ਡ। ਉਸ ਤੋਂ ਬਾਅਦ ਹੈ ਦੀ ਕਸਟਮ ਆਫ ਦੀ ਅਮੰਡਿੰਗ ਦੀ ਓਲਡ ਪੀਪਲ ਟੂ ਡਾਈ ਨਾਟ ਟੂ ਦੀ ਅਨਕਾਮਨ, ਦੈਟ ਇਜ਼ ਟੂ ਲੀਵ ਔਰ ਡੈਜ਼ਰਟ, ਵੀ ਕਿਸੇ ਨੂੰ ਛੱਡ ਜਾਣਾ ਜਾਂ ਉੱਥੇ ਰੱਖ ਦੇਣਾ। ਦੀ ਨੈਰੋਜ਼ ਰੋਡਸ ਵਾਜ਼ ਕ੍ਰੋਸਡ ਐਂਡ ਰੀਕ੍ਰੋਸਡ ਬਾਈ ਦੀ ਮੈਨੀ ਪਾਥਸ ਮੇਡ ਬਾਈ ਟੂ ਦੀ ਹੰਟਰ ਐਂਡ ਵੁੱਡ ਕਟਰ। ਤਾਂ ਨੈਰੋ ਦਾ ਮਤਲਬ ਕੀ ਹੁੰਦਾ, ਸਮॉल ਬ੍ਰੇਥ, ਵੀ ਛੋਟੀ ਜਿਹੀ ਚੌੜਾਈ। ਉਸ ਤੋਂ ਬਾਅਦ ਹੈ ਸੈਵਨਥ, ਸ਼ੀ ਸਨੈਚਡ ਫॉर ਹਰ हैंड एंड स्नैप्ड विद द ट्विग्स ऑफ द वृक्ष। द स्नैप्ड का मतलब की होया, ब्रोकन, तोड़ना। हिज डिमांड्स वॉज टू दी हिज सबजैक्ट्स शुड बी आ प्रेजेंट हिम विद दी रोप ऑफ ऐश। सबजैक्ट्स का मतलब की होया, प्यूपल्स, भी उन्होंने लोगों के लिए उन्हें फरमान जारी किया सी। दैट एवरी आवर्स ऑफ दी क्रूअल लॉ वॉज दी अबॉलिश्ड। अबॉलिश का मतलब खत्म कर देना, केम टू एन एंड। उस तो बाद है ही रियलाइज दैट दी ओल्ड एज मैंट टू द एक्सपीरियंस ऑफ लाइफ एंड नॉट फैकलिटी। फैकलिटी का मतलब फिजिकल वीकनेस, भी वो कोई ज़्यादा वीकनेस नहीं है, सगों साडे लिए एक संपत्ति की तरह वर्क करते हैं। उस तो बाद है रीअरेंजमेंट। इनू सीक्वेंस वाइज लाना वा, इनू सोचना वा, इनू पढ़ना वा, दैन तुसीं इनू सीक्वेंस वाइज लाने की कोशिश करनी है। इहदा आंसर भी तुहानू मेरी नैक्सट स्लाइड दे विच मिल जाएगा। तो तुसीं आंसर बाद विच करना, सब तो पहलां तुसीं इनू अपने अकॉर्डिंग इनू रीअरेंज करने की कोशिश करनी है, दैन फिर उहदा आंसर करने की कोशिश करो। देखो हुण पाउज करके वीडियो देखनी है। देखो मैं आंसर लिखा वा, वंस दी शाइनिंग स्क्रूअल रूलर मेड टू द लॉ दैट ऑल दी ओल्ड पीपल्स मस्ट हैव टू पुट टू द डेथ। आफ्टर दैट दी फार्मर डिसाइड टू लीव हिज ओल्ड मदर एंड टॉप ऑफ टू द माउंटेन। दी मदर वॉज ड्रॉप टू द स्मॉल ट्विंग्स ऑफ टू द मार्क्स ऑन द वे ऑफ टू हेल्प हर सन टू रिटर्न होम सेफली। दैन फोर्थ है when the farmers returns go back to home and the mother was advise him to return home with the help of wings। ਤਾਂ ਇਸ ਤਰੀਕੇ ਨਾਲ ਅਰੇਂਜ ਕੀਤੇ ਹੋਏ ਨੇ। then है the son decided to take his mother back to home, then filled with the fear he hid his mother to his house using the idea of the old and experienced mother। the farmer made the rope of ash।
ਲਾਸਟ ਵਨ ਦੀ ਆ ਗਵਰਨਰ ਰਿਅਲਾਈਜ਼ਡ ਹਿਜ਼ ਮਿਸਟੇਕ ਐਂਡ ਅਬੋਲਿਸ਼ ਦੀ ਆ ਲਾਅ। ਤਾਂ ਇਹ ਰੀਅਰੇਂਜ ਹੋ ਚੁੱਕਿਆ ਵਾ। ਹੁਣ ਉਸ ਤੋਂ ਬਾਅਦ ਦੇਖੋ ਕੁਐਸਚਨ ਆਨਸਰ ਨੇ। ਫੋਰਥ ਐਕਟੀਵਿਟੀ ਹੈ ਜਿਹੜੀ ਕਿ ਤੁਸੀਂ ਕਾਪੀਜ਼ ਉੱਤੇ ਕਰਨੀ ਹੈ। 1 to 2 ਵਰਡਸ ਦੇ ਵਿੱਚ ਇਹਦੇ ਆਨਸਰ ਕਰਨੇ ਆ। ਦੇਖੋ ਫਸਟ ਹੈ ਵਟ ਵਾਜ਼ ਦੀ ਕਰੂਅਲ ਅਨਾਊਂਸਮੈਂਟ ਮੇਡ ਬਾਈ ਟੂ ਦੀ ਡਿਸਪੋਟਿਕਸ ਲੀਡਰ। ਵੀ ਜਿਹੜਾ ਡਿਸਪੋਟਿਕ ਤਾਨੇਸ਼ਾਹ ਜਿਹੜਾ ਲੀਡਰ ਸੀਗਾ ਉਹਨੇ ਕਿਹੜਾ ਜਿਹੀ ਅਨਾਊਂਸਮੈਂਟ ਜਾਂ ਇੱਕ ਜ਼ਾਲਮੀ ਤਰ੍ਹਾਂ ਦੀ ਅਨਾਊਂਸਮੈਂਟ ਕੀਤੀ ਸੀ। ਆਨਸਰ ਹੈ ਪੁੱਟ ਆਲ ਦੀ ਏਜਡ ਪੀਪਲ ਟੂ ਡੈਥ। ਵੀ ਜਿੰਨੇ ਵੀ ਬੁੱਢੇ ਲੋਕ ਨੇ ਉਹਨਾਂ ਨੂੰ ਮਾਰ ਦਿੱਤਾ ਜਾਵੇ। ਸੈਕਿੰਡ ਕੁਐਸਚਨ ਹੈ ਵਾਈ ਵਾਜ਼ ਟੂ ਦੀ ਫਾਰਮਰ ਸੋਲਫੁਲੀ। ਜਿਹੜਾ ਫਾਰਮਰ ਸੀ ਉਹ ਇੰਨਾ ਜ਼ਿਆਦਾ ਕਿਉਂ ਦੁਖੀ ਸੀ। ਆਨਸਰ ਹੈ ਦੀ ਫਾਰਮਰ ਵਾਜ਼ ਸੋਰੋਫੁਲ ਐਟ ਦੀ ਆਰਡਰ ਆਫ ਟੂ ਦੀ ਡਿਸਪੋਟਸ ਹੀ ਲਵਡ ਹਿਜ਼ ਓਲਡ ਮਦਰ ਵੈਰੀ ਮੱਚ। ਕਹਿੰਦਾ ਉਹ ਬਹੁਤ ਜ਼ਿਆਦਾ ਦੁਖੀ ਸੀ ਜਿਹੜਾ ਆਰਡਰ ਤਾਨੇਸ਼ਾਹ ਨੇ ਦਿੱਤਾ ਸੀ, ਕਿਉਂਕਿ ਉਹ ਆਪਣੀ ਬੁੱਢੀ ਮਾਤਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਉਸ ਤੋਂ ਬਾਅਦ ਹੈ ਵਟ ਥਿੰਗਸ ਡਿਡ ਦੀ ਫਾਰਮਰ ਕੈਰੀ ਟੂ ਦੀ ਟੌਪ ਆਫ ਟੂ ਦੀ ਮਾਊਂਟੇਨ। ਵੀ ਉਹਨੇ ਕਿਹੜੀ ਚੀਜ਼ਾਂ ਆਪਣੇ ਨਾਲ ਲੈ ਕੇ ਗਿਆ ਤਾਂ ਜੋ ਕਿ ਉਹ ਆਪਣੀ ਮਦਰ ਨੂੰ ਜਿਹੜਾ ਵਾ ਮਾਊਂਟੇਨ ਦੇ ਸਭ ਤੋਂ ਉਚਾਈ 'ਤੇ ਲੈ ਕੇ ਜਾ ਸਕੇ, ਜਾਣੀ ਕਿ ਪਹਾੜੀ ਦੇ ਸਭ ਤੋਂ ਉੱਚੀ ਜਗ੍ਹਾ 'ਤੇ ਲੈ ਜਾਵੇ। ਆਨਸਰ ਹੈ ਹੀ ਕੈਰੀਡ ਸਮ ਟੂ ਦੀ ਕੁਕਡ ਰਾਈਸਡ ਐਂਡ ਵਾਟਰ। ਕਹਿੰਦਾ ਉਹ ਆਪਣੇ ਨਾਲ ਕੁਝ ਕੁ ਪੱਕਿਆ ਹੋਇਆ ਚੌਲ ਅਤੇ ਪਾਣੀ ਲੈ ਗਿਆ। ਫੋਰਥ ਹੈ ਵਟ ਮੇਡ ਦੀ ਮਦਰਸ ਐਨੈਕਸ਼ੀਅਸ ਐਜ਼ ਦੈਟ ਟੂ ਦੀ ਕਲਾਈਮ ਅਪ ਟੂ ਦੀ ਮਾਊਂਟੇਨ। ਕਿਹੜੀ ਅਜਿਹੀ ਚੀਜ਼ ਸੀਗੀ ਜਿਹੜੀ ਕਿ ਉਹਦੀ ਮਦਰ ਨੂੰ ਬਹੁਤ ਜ਼ਿਆਦਾ ਜਿਹੜੀ ਸੀ ਉਹਨੂੰ ਇਫੈਕਟ ਕੀਤਾ ਵਾ, ਜਾਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਸੋਚਦੀ ਰਹੀ ਉਹ ਆਪਣੇ ਬੱਚੇ ਦੇ ਲਈ। ਆਨਸਰ ਹੈ ਹਰ ਸਨ ਡਿਡ ਨਾਟ ਨੋ ਮੈਨੀ ਪਾਸ ਆਫ ਟੂ ਦੀ ਮਾਊਂਟੇਨ ਹੀ ਵਾਜ਼ ਫॉरगेट ਦੀ ਵੇ ਆਫ ਬੈਕ ਟੂ ਹੋਮ। ਕਹਿੰਦੇ ਉਹਦੀ ਮਦਰ ਜਿਹੜੀ ਸੀ ਜ਼ਿਆਦਾਤਰ ਇਸ ਕਰਕੇ ਥੋੜ੍ਹਾ ਜਿਹਾ ਇੱਕ ਦੁਵਿਧਾ ਦੇ ਵਿੱਚ ਫਸੀ ਹੋਈ ਸੀ। ਉਹ ਜਾਣਦੀ ਸੀ ਵੀ ਮੇਰੇ ਬੱਚੇ ਨੂੰ ਇਹ ਰਸਤਾ ਨਹੀਂ ਪਤਾ ਵੀ ਉਹ ਕਿਸ ਤਰੀਕੇ ਨਾਲ ਮਾਊਂਟੇਨ ਤੋਂ ਬਾਹਰ ਨਿਕਲੇ ਅਤੇ ਉਹ ਆਪਣੇ ਕਿਤੇ ਆਪਣਾ ਰਾਹ ਨਾ ਭੁੱਲ ਜਾਵੇ ਘਰ ਨੂੰ ਵਾਪਸ ਜਾਂਦੇ ਹੋਏ। ਵਟ ਡਿਡ ਦੀ ਮਦਰ ਡਰੋਪ ਅਲੋਂਗਸ ਦੀ ਵੇ। ਉਹਦੀ ਮਦਰ ਨੇ ਕੀ ਕੀਤਾ ਸੀਗਾ ਆਪਣੇ ਰਸਤੇ ਵਿੱਚ ਜਾਂਦੇ ਹੋਏ ਕਿਹੜੀਆਂ ਚੀਜ਼ਾਂ ਸਿੱਟਦੀ ਗਈ। ਸ਼ੀ ਵਾਜ਼ ਡਰੋਪ ਟੂ ਦੀ ਸਮਾਲ ਬ੍ਰਾਂਚਿਸ ਅਲੋਂਗ ਦੀ ਵੇਸ। ਕਹਿੰਦੇ ਉਹਦੇ ਨਾਲ ਜਿਹੜੇ ਰਸਤੇ ਦੇ ਵਿੱਚ ਨਾਲ ਲੱਗਦੀਆਂ ਕੁਝ ਕੁ ਦਰਖਤ ਦੀਆਂ ਟਾਹਣੀਆਂ ਸੀ ਉਹਨੂੰ ਤੋੜ ਤੋੜ ਕੇ ਉੱਥੇ ਸਿੱਟਦੀ ਗਈ। ਉਸ ਤੋਂ ਬਾਅਦ ਹੈ ਵਟ ਵਾਜ਼ ਟੂ ਦੀ ਐਡਵਾਈਸ ਗਿਵਨ ਬਾਏ ਦੀ ਫਾਰਮਰਸ ਮਦਰਸ ਫॉर ਦੀ ਸੇਫ ਰਿਟਰਨਸ ਟੂ ਹਰ ਸਨ। ਕਹਿੰਦੇ ਕਿਹੜੀ ਅਜਿਹੀ ਐਡਵਾਈਸ ਸੀਗੀ ਉਸ 'ਤੇ ਫਾਰਮਰ ਦੀ ਮਦਰ ਨੇ ਜਿਹੜੀ ਉਹਨੂੰ ਦਿੱਤੀ ਸੀ ਤਾਂ ਜੋ ਕਿ ਉਹ ਵਾਪਸ ਆਪਣੇ ਘਰ ਆਪਣੇ ਬੱਚੇ ਨੂੰ ਪਹੁੰਚਾ ਸਕੇ। ਆਨਸਰ ਹੈ ਸ਼ੀ ਐਡਵਾਈਜ਼ ਹਿਮ ਟੂ ਫੋਲੋ ਦੀ ਪਾਥ ਫੇਅਰ ਦੀ ਹੀ ਸਾ ਟੂ ਡਰੋਪਡ ਟਵਿੰਕਸ। ਕਹਿੰਦੇ ਉਹਨੇ ਉਹਨੂੰ ਐਡਵਾਈਸ ਦਿੱਤੀ ਵੀ ਤੂੰ ਉਹ ਰਸਤਾ ਚੂਜ਼ ਕਰੀ ਜਿੱਥੇ ਕੀ ਨੇ ਮੈਂ ਛੋਟੀਆਂ ਛੋਟੀਆਂ ਟਾਹਣੀਆਂ ਤੋੜ ਤੋੜ ਕੇ ਸਿੱਟੀਆਂ ਨੇ, ਉਹ ਤੈਨੂੰ ਈਜ਼ੀਲੀ ਘਰ ਤੱਕ ਪਹੁੰਚਾ ਦੇਣਗੀਆਂ। ਉਸ ਤੋਂ ਬਾਅਦ ਹੈ ਵਾਈ ਡਿਡ ਦੀ ਫਾਰਮਰਸ ਹਾਈਡ ਹਿਜ਼ ਮਦਰ। ਵੀ ਉਹਨੇ ਆਪਣੀ ਮਦਰ ਨੂੰ ਕਿਉਂ ਛੁਪਾਇਆ। ਹੀ ਹਾਈਡ ਹਿਜ਼ ਮਦਰ ਟੂ ਦੀ ਕੇਬਿਨ ਆਫ ਦੀ ਬ੍ਰਿਥ ਆਫ ਦੇਅਰ ਕਿਚਨ। ਅਤੇ ਉਹਨੇ ਉੱਥੇ ਛੁਪਾਇਆ ਕਿੱਥੇ ਸੀਗਾ, ਇੱਕ ਜਿਹੜੀ ਕਿਚਨ ਦੇ ਨੀਚੇ ਕੋਠੜੀ ਜੀ ਬਣਾਈ ਹੋਈ ਸੀ ਅਤੇ ਉਹਦੇ ਵਿੱਚ ਜਿੱਥੇ ਉਹ ਅਨਾਜ ਰੱਖਦਾ ਸੀ ਉੱਥੇ ਉਹਨੇ ਆਪਣੇ ਮਦਰ ਨੂੰ ਛੁਪਾਇਆ। ਲਾਸਟ ਹੈ ਵੈਨ ਡਿਡ ਦੀ ਗਵਰਨਰ ਰਿਅਲਾਈਜ਼ ਹਿਜ਼ ਮਿਸਟੇਕ। ਵੀ ਜਿਹੜਾ ਗਵਰਨਰ ਸੀ ਉਹਨੇ ਕਦੋਂ ਆਪਣੀ ਮਿਸਟੇਕ ਬਾਰੇ ਪਤਾ ਲੱਗਿਆ। ਹੀ ਰਿਅਲਾਈਜ਼ਡ ਹਿਜ਼ ਮਿਸਟੇਕ ਵੈਨ ਹੀ ਸਾ ਦੀ ਆਈਡੀਆ ਆਫ ਦੀ ਫਾਰਮਰਸ ਓਲਡ ਮਦਰ। ਕਹਿੰਦੇ ਉਹਨੂੰ ਉਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਉਹਨੂੰ ਇਹ ਆਪਣਾ ਆਈਡੀਆ ਜਿਹੜਾ ਸੀ ਉਹਦੀ ਫਾਰਮਰ ਦੀ ਓਲਡ ਮਦਰ ਨੇ ਉਹਨੂੰ ਦਿੱਤਾ ਸੀ ਐਸ਼ਜ਼ ਆਫ ਰੋਜ਼ ਦਾ ਬਣਾਉਣ ਨੂੰ, ਤਾਂ ਉਸ ਤੋਂ ਉਹਨੂੰ ਆਪਣੀ ਗਲਤੀ ਜਿਹੜੀ ਸੀ ਉਹ ਰਿਅਲਾਈਜ਼ ਹੋਈ। ਉਸ ਤੋਂ ਬਾਅਦ ਹੈ ਨੈਕਸਟ ਜਿਹੜੀ ਫਿਫਥ ਐਕਟੀਵਿਟੀ ਆ ਉਹ ਤੁਸੀਂ ਆਪ ਕਰਨੀ ਆ। ਇਹਦੇ ਵਿੱਚ ਤੁਸੀਂ ਇਹ ਦੱਸਣਾ ਵੀ ਜਿਹੜਾ ਵਰਡ ਆ ਹੀ ਅੰਡਰਲਾਈਨ ਕੀਤਾ ਗਿਆ ਇਹ ਵਰਡ ਕਿਹਦੇ ਲਈ ਯੂਜ਼ ਕੀਤੇ ਗਏ ਨੇ। ਸ਼ੀ ਵੀ ਹੀ ਇਹ ਕਿਹਦੇ ਲਈ ਵਰਡ ਯੂਜ਼ ਕੀਤੇ ਗਏ ਨੇ ਤਾਂ ਤੁਸੀਂ ਦੱਸਣੇ ਆ ਕਿਹਦੇ ਇੱਕ ਦੂਸਰੇ ਨਾਲ ਗੱਲਾਂ ਚੱਲਦੀਆਂ ਨੇ। ਇਹ ਪੂਰੇ ਚੈਪਟਰ ਦੇ ਵਿੱਚੋਂ ਨੇ ਤਾਂ ਤੁਸੀਂ ਚੈਪਟਰ ਮੈਂ ਤੁਹਾਨੂੰ ਟਰਾਂਸਲੇਟ ਕਰਕੇ ਦਿੱਤਾ, ਤਾਂ ਤੁਸੀਂ ਉੱਥੋਂ ਜਾ ਕੇ ਇਹਦੇ ਆਨਸਰ ਜਿਹੜੇ ਨੇ ਮੈਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਓ। ਅਤੇ ਆਈ ਹੋਪ ਲਾਸਟ ਦੇ ਵਿੱਚ ਇਹੀ ਕਹੂੰਗਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਜ਼ਰੂਰ ਲਾਈਕ ਕਰੋ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਜੇਕਰ ਵੀਡੀਓ ਇਹ ਵਧੀਆ ਲੱਗੀ ਅਤੇ ਮਦਰਸ ਦੇ ਰਿਲੇਟਡ ਜਿਹੜੀ ਤੁਹਾਨੂੰ ਇਹ ਸਟੋਰੀ ਸੀ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗੀ, ਆਈ ਹੋਪ ਤੁਹਾਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਹੋਊ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਆ ਅਤੇ ਸਾਨੂੰ ਇੱਕ ਸਹੀ ਰਸਤੇ ਦੇ ਵਿੱਚ ਪਹੁੰਚਾਉਂਦੀ ਆ। ਅਤੇ ਆਈ ਹੋਪ ਤੁਸੀਂ ਵੀ ਇਸ ਚੀਜ਼ ਨੂੰ ਫੋਲੋ ਕਰੋਗੇ ਅਤੇ ਆਪਣੇ ਪੇਰੈਂਟਸ ਨੂੰ ਪੂਰੀ ਤਰੀਕੇ ਨਾਲ ਰਿਸਪੈਕਟ ਅਤੇ ਵਧੀਆ ਢੰਗ ਦੇ ਨਾਲ ਆਪਣੀ ਲਾਈਫ ਨੂੰ ਜਿਹੜਾ ਵਾ ਸਪੈਂਡ ਕਰੋਗੇ। ਇਸੇ ਮੈਸੇਜ ਦੇ ਨਾਲ ਮੈਂ ਆਪਣੀ ਜਿਹੜੀ ਵੀਡੀਓ ਉਹਨੂੰ ਐਂਡ ਕਰਦਾ ਵਾਂ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਸੈਸ਼ਨ।